गुर अर्जन विघ्नन की नाशक, श्री कर गोबिंद सुमत प्रकाशक। श्री कर राय नमो कर जोरी, गुरु कर कृष्ण मनाई बहोरी। तेक बहादुर परम कृपाला, श्री गुरु गोबिंद सिंह विशाला। तरु तरा तार पुन पुन शीशा, बंदो बार बार जगदीशा। ज्ञान है मानस भगत बैराग, श्री गुरु ग्रंथ साहिब उदग। बंदो कर अनुराग, एक ओंकार सतगुरु वाहिगुरु जी की फतेह। विघ्न विनाशन सोए, वाहिगुरु जी की फतेह। विघ्न विनाशन सोए। नवमी नवै द्वार कौ साध, बहती मनसा रखो बांध। वाहिगुरु जी का खालसा, वाहिगुरु जी की फतेह। परम सम्मान योग सत्कार योग चबर छत्र तखत दे मालक। हाजरा खजूर जाहदा जकूर, सर्व कला भरपूर। दसां पातशाहां दी जगती जोत। धन धन श्री गुरु ग्रंथ साहिब महाराज जी की पावन पवित्र खजूरी विच असीं जुड़ मिल बैठे हाँ। और साहिब जी ने कृपा कीती है। अमृत बाणी के कीर्तन तो बाद भगत कबीर साहब जी की पावन बरचना तिती गौड़ी की बाणी, जिहदे विच भगत कबीर साहब जी ने 15 थिता और 7 12 की विचार बख्शिश की है। अज का जो भगत कबीर साहब जी का ये जो 10वां बंद है, इस 10वें बंद की विचार के नाल आपां जुड़न का यत्न करना है। सो मन बिरतियां काकर करदियां अज का जो भगत कबीर साहब जी का ये पावन मुबारक वचन है। अज दे भगत कबीर साहब जी के पावन बचनों नाल जुड़न का यत्न करिए। विचारां की आरंभता तो पहला करो रसना पवित्र। आखो जी वाहिगुरु जी का खालसा, वाहिगुरु जी की फतेह। नवमी नवै द्वार को साध, भगत कबीर साहब जी इस पावन वचन में कृपा कर रहे ने। नौवीं जड़ी तिथ है, इस नौवीं तिथ का भगत कबीर साहब जी जिक्र कर रहे ने। ते इस नौवीं तिथ दे राखी भगत कबीर साहब जी सानू समझाना कर रहे ने। नौवीं नवै द्वार को साध, कहते ने ये जिहड़ी नौवीं तिथ है ये समझा रही है कि जिहड़े ये 9 द्वारे ਹਨ, इन्हां 9 द्वारियां नूं साध लै, इन्हां 9 द्वारियां नूं काबू कर लै। मनुख दे कोल मनुखा देखी है ते इस मनुखा देखी दे 9 जिहड़े द्वार ਹਨ, द्वार तो भाव है दरवाजे। इस तो पहला विद्वान पुरुषों ने 5 ज्ञान इंद्रिय 5 कर्म इंद्रियों की गल की है। 9 जिहड़े द्वारे कल मनुख दे कोल 5 ज्ञान इंद्रिय ने, 5 कर्म इंद्रिय का। हुण ये 5 ज्ञान इंद्रिय किहड़े ने, 5 कर्म इंद्रिय किहड़े ने, ते इस तो बाद फिर ये 9 द्वारे 9 दरवाजे मनुख के शरीर के किहड़े हैं। पहले जिहड़े 5 ज्ञान इंद्रिय हैं
ਮਨੁੱਖ ਦੀਆਂ ਅੱਖਾਂ ਨੇ, ਮਨੁੱਖ ਦਾ ਜਿਹੜੇ ਕੰਨ ਅੱਖਾਂ ਦੇ ਰਾਹੀਂ ਦੇਖਦਾ, ਅੱਖਾਂ ਗਿਆਨ ਦਿੰਦੀਆਂ ਨੇ, ਕੰਨਾਂ ਰਾਹੀਂ ਸੁਣਦਾ, ਕੰਨ ਗਿਆਨ ਦਿੰਦੇ ਨੇ। ਨੱਕ ਦੇ ਰਾਹੀਂ ਇਹ ਵਾਸ ਲੈਂਦਾ, ਨੱਕ ਇਹਨੂੰ ਗਿਆਨ ਦਿੰਦੀ ਹੈ ਕਿ ਕਿਹੜੀ ਚੀਜ਼ ਸੁਗੰਧੀਦਾਰ ਹੈ, ਕਿਹੜੀ ਦੁਰਗੰਧ ਵਾਲੀ ਹੈ। ਜਿਹੜੀ ਰਸਨਾ ਹੈ ਇਹ ਵੀ ਮਨੁੱਖ ਨੂੰ ਗਿਆਨ ਦਿੰਦੀ ਹੈ। ਜਦੋਂ ਕੋਈ ਰਸਨਾ ਦੇ ਉੱਪਰ ਇਹ ਕੋਈ ਪਦਾਰਥ ਰੱਖਦਾ, ਮਿੱਠਾ ਹੈ, ਕੌੜਾ ਹੈ, ਕੁਸ਼ੈਲਾ ਹੈ, ਇਹ ਇਹਦੀ ਰਸਨਾ ਇਹਨੂੰ ਗਿਆਨ ਦਿੰਦੀ ਹੈ। ਤੇ ਪੰਜਵਾਂ ਗਿਆਨ ਇੰਦਰਾ ਮਨੁੱਖ ਦੀ ਚਮੜੀ ਹੈ, ਜਿਹੜੀ ਬਾਹਰਲੀ ਤਵਚਾ, ਇਹਦੀ ਚਮੜੀ ਜਿਹੜੀ ਹੈ ਇਹ ਇਹਨੂੰ ਦੱਸਦੀ ਹੈ ਵੀ ਕੋਈ ਚੀਜ਼ ਗਰਮ ਹੈ, ਕੋਈ ਚੀਜ਼ ਠੰਡੀ ਹੈ। ਇਹ ਮਨੁੱਖ ਦੇ ਪੰਜ ਗਿਆਨ ਇੰਦਰੀ, ਅੱਖਾਂ ਨੇ, ਕੰਨ ਹੈ, ਨੱਕ ਹੈ, ਜੀਭਾ ਹੈ ਤੇ ਮਨੁੱਖ ਦੀ ਚਮੜੀ ਹੈ। ਫਿਰ ਇਹਦੇ ਨਾਲ ਮਨੁੱਖ ਦੇ ਪੰਜ ਕਰਮ ਇੰਦਰੀ ਹਨ, ਜਿਹੜੇ ਕਰਮ ਕਰਦੇ। ਇਹਦੇ ਵਿੱਚ ਹੱਥ ਨੇ, ਪੈਰ ਨੇ, ਹੱਥਾਂ ਰਾਹੀਂ ਮਨੁੱਖ ਕੰਮ ਕਰਦਾ, ਪੈਰਾਂ ਰਾਹੀਂ ਚੱਲਦਾ ਹੈ। ਇਹ ਇਹਦੇ ਦੋ ਕਰਮ ਇੰਦਰੀ ਹੋ ਗਏ। ਹੱਥ ਨੇ, ਪੈਰ ਨੇ, ਫਿਰ ਜੀਭਾ ਹੈ, ਇਹਦੀ ਜੀਭਾ ਦੇ ਰਾਹੀਂ ਬੋਲਦਾ ਹੈ। ਹੁਣ ਜਿਹੜੀ ਜੀਭਾ ਹੈ ਇਹਦੇ ਰਾਹੀਂ ਇਹਨੂੰ ਗਿਆਨ ਵੀ ਮਿਲਦਾ ਵੀ ਜੋ ਇਹਨੇ ਖਾਧਾ ਹੈ, ਤੇ ਜੀਭਾ ਰਾਹੀਂ ਇਹ ਬੋਲਦਾ ਵੀ ਹੈ ਵੀ ਜੋ ਇਹਨੇ ਬੋਲਣਾ ਹੈ ਉਹ ਬੋਲਦਾ ਵੀ। ਬੋਲਣਾ ਇੱਕ ਕਰਮ ਹੈ, ਜੋ ਮਨੁੱਖ ਬੋਲਦਾ ਹੈ, ਬੋਲਣਾ ਇਹਦਾ ਕਰਮ ਹੈ। ਇਸ ਕਰਕੇ ਸਤਿਗੁਰੂ ਜੀ ਪਾਵਨ ਬਾਣੀ ਵਿੱਚ ਸਮਝਾਉਂਦੇ ਨੇ ਕਿ ਜਦੋਂ ਮਨੁੱਖ ਨੂੰ ਬੋਲਣਾ ਚਾਹੀਦਾ ਹੈ, ਬੜੀ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ। ਜੇ ਮਨੁੱਖ ਨੇ ਬੋਲ ਵੀ ਬੋਲਿਆ ਹੈ ਤੇ ਮਨੁੱਖ ਦਾ ਬੋਲ ਇੱਕ ਕਰਮ ਬਣ ਗਿਆ ਹੈ। ਇਹਦਾ ਬੋਲਣਾ ਇੱਕ ਕਰਮ ਹੈ। ਬੋਲਣ ਦੇ ਨਾਲ ਵੀ ਇਹਦਾ ਦੂਜੇ ਤੇ ਪ੍ਰਭਾਵ ਪੈਂਦਾ ਹੈ। ਬਾਬਾ ਬੋਲੀਆ ਪਨ ਹੋਏ, ਊਤਮ ਸੇਦਾ ਊਤਮ ਕਹੀਐ, ਨੀਚ ਕਰਮ ਦਾ ਰੋਏ। ਸਤਿਗੁਰੂ ਜੀ ਕਹਿੰਦੇ ਨੇ ਜੇ ਇਹਨੂੰ ਬੋਲਣ ਦਾ ਚੱਜ ਆ ਜਾਵੇ, ਬੋਲਣ ਦਾ ਤਰੀਕਾ ਆ ਜਾਵੇ, ਤੇ ਇਹ ਹਰ ਇੱਕ ਦੇ ਕੋਲੋਂ ਇੱਜ਼ਤ ਪ੍ਰਾਪਤ ਕਰ ਸਕਦਾ ਹੈ। ਤੇ ਜੇ ਇਹਨੂੰ ਬੋਲਣ ਦਾ ਢੰਗ ਨਾ ਆਇਆ ਤੇ ਫਿਰ ਆਪਣੀ ਇੱਜ਼ਤ ਗਵਾ ਵੀ ਸਕਦਾ। ਦੂਜਾ ਆਖੇਗਾ ਵੀ ਇਹਨੂੰ ਤੇ ਬੋਲਣ ਦਾ ਹੀ ਢੰਗ ਹੈ ਨਹੀਂ, ਬੋਲਣ ਦਾ ਹੀ ਚੱਜ ਹੈ। ਬੋਲਣਾ ਇਹਨੂੰ ਇੱਜ਼ਤ ਵੀ ਦਵਾ ਸਕਦਾ ਤੇ ਬੋਲਣਾ ਇਹਦੀ ਇੱਜ਼ਤ ਦੀ ਖੁਆਰੀ ਵੀ ਕਰ ਸਕਦਾ। ਬਾਬਾ ਬੋਲੀਆ ਪਤ ਹੋਏ, ਊਤਮ ਸੇਦਰ ਊਤਮ ਕਹੀਆ। ਜਿਹੜੇ ਇੱਥੇ ਉੱਚੇ ਹਨ, ਜਿਨ੍ਹਾਂ ਦੇ ਕਰਮ ਉੱਚੇ ਨੇ, ਰੱਬ ਦੀ ਦਰਗਾਹ ਵਿੱਚ ਵੀ ਉਹ ਉੱਚੇ ਹਨ। ਊਤਮ ਸੇਦਰ ਊਤਮ ਕਹੀਆ, ਨੀਚ ਕਰਮ ਬੈ ਹੋਏ। ਜਿਨ੍ਹਾਂ ਦੇ ਕਰਮ ਨੀਵੇਂ ਹਨ ਉਹ ਇੱਥੇ ਵੀ ਰੋਂਦੇ ਹਨ, ਪਰਮੇਸ਼ਰ ਦੀ ਦਰਗਾਹ ਵਿੱਚ ਵੀ ਉਹਨਾਂ ਦੀ ਖੁਆਰੀ ਹੁੰਦੀ ਹੈ। ਊਤਮ ਸੇਦਰ ਊਤਮ ਕਹੀਆ, ਜਿਹੜੇ ਇੱਥੇ ਜਿਨ੍ਹਾਂ ਦੇ ਕਰਮ ਇੱਥੇ ਚੰਗੇ, ਰੱਬ ਦੀ ਦਰਗਾਹ ਵਿੱਚ ਵੀ ਪ੍ਰਵਾਨ ਨੇ। ਨੀਚ ਕਰਮ ਬੈ ਰੋਏ, ਜਿਨ੍ਹਾਂ ਦੇ ਕਰਮ ਨੀਵੇਂ ਨੇ, ਇੱਥੇ ਵੀ ਰੋਂਦੇ ਹਨ, ਇੱਥੇ ਵੀ ਦੁਖੀ ਹੁੰਦੇ ਨੇ ਆਪਣੇ ਕਰਮਾਂ ਕਰਕੇ। ਤੇ ਰੱਬ ਦੇ ਦਰਗਾਹ ਤੇ ਫਟਕਾਰ ਮਿਲਦੀ ਹੈ। ਹੁਣ ਇਹ ਬੋਲਣਾ, ਮਨੁੱਖ ਦੇ ਬੋਲ, ਇਹ ਤੀਸਰਾ ਕਰਮ ਹੈ। ਹੱਥ ਨੇ, ਪੈਰ ਨੇ, ਤੇ ਤੀਜਾ ਮਨੁੱਖ ਦੀ ਜੀਭਾ, ਇਹਦਾ ਕਰਮ ਇੰਦਰਾ ਹੈ। ਤੇ ਦੋ ਮਨੁੱਖ ਦੇ ਜਿਹੜੇ ਗੁਪਤ ਅੰਗ, ਇੱਕ ਮਨ ਦਾ, ਇੱਕ ਬਾਥਰੂਮ ਦਾ, ਇਹ ਪੰਜ ਜਿਹੜੇ ਕਰਮ ਇੰਦਰੀ ਹਨ ਜਿਨ੍ਹਾਂ ਰਾਹੀਂ ਇਹ ਕਰਮ ਕਰਦਾ ਹੈ। ਪੰਜ ਗਿਆਨ ਇੰਦਰੀ, ਪੰਜ ਇਹਦੇ ਕਰਮ ਇੰਦਰੀ। ਤੇ ਹੁਣ ਇੱਥੇ ਭਗਤ ਕਬੀਰ ਸਾਹਿਬ ਜੀ ਨੇ 9 ਦਵਾਰਿਆਂ ਦੀ ਗੱਲ ਕੀਤੀ ਹੈ। ਹੁਣ ਜਦੋਂ ਸਾਨੂੰ ਪੰਜਾਂ ਕਰਮ ਇੰਦਰੀਆਂ ਦਾ ਪਤਾ ਲੱਗ ਗਿਆ, ਪੰਜਾਂ ਗਿਆਨ ਇੰਦਰੀਆਂ ਦਾ ਪਤਾ ਲੱਗ ਗਿਆ, ਅੱਗੇ ਫਿਰ ਜਿਹੜੇ 9 ਦਵਾਰੇ ਹਨ ਇਹਨਾਂ ਨੂੰ ਸਮਝਣਾ ਸੌਖਾ ਹੋ ਜਾਵੇਗਾ। 9 ਜਿਹੜੇ ਦਵਾਰੇ ਹਨ, 2 ਅੱਖਾਂ ਹਨ ਜਿਨ੍ਹਾਂ ਰਾਹੀਂ ਦੇਖਦਾ, 2 ਕੰਨ ਹਨ ਜਿਨ੍ਹਾਂ ਰਾਹੀਂ ਇਹਨੂੰ ਸੁਣਾਈ ਦਿੰਦਾ, 2 ਇਹਦੀਆਂ ਨਾਸਿਕਾਂ ਹਨ ਜਿਨ੍ਹਾਂ ਰਾਹੀਂ ਇਹ ਸਾਹ ਲੈਂਦਾ ਹੈ। ਇਹ 6 ਜਿਹੜੇ ਇਹਦੇ ਦਵਾਰੇ ਹੋ ਗਏ, 2 ਕੰਨ, 2 ਅੱਖਾਂ, 2 ਨੱਕ ਇਹਦੇ ਹੋ ਗਏ, 1 ਜੀਭਾ ਇਹਦੀ ਹੋ ਗਈ।
ये 7 हो गए ने, कुल मिला के 7 हो गए। जेवा बोलण तो जो खांदा है ये पेट विच जांदा है। जे जेवा केवल बोलण का काम करदी ਜਾਂ ਗਿਆਨ ਦੇਣ ਦਾ ਕੰਮ ਕਰਦੇ, ਜਿਹੜਾ ਇਹਨੇ ਭੋਜਨ ਖਾਦਾ ਹੈ, ਜੇ ਜੇਵਾ ਬੰਦ ਹੋਵੇ ਪੇਟ ਵਿੱਚ ਤੇ ਭੋਜਨ ਜਾਣਾ ਹੀ ਨਹੀਂ ਸੀ। ਹੁਣ ਜਿਹੜੀ ਜੇਵਾ ਹੈ ਉਹ ਤੀਜਾ ਕਰਮ ਵੀ ਕਰ ਰਹੀ ਹੈ। ਇੱਕ ਸਾਨੂੰ ਗਿਆਨ ਦੇ ਰਹੀ ਹੈ ਵੀ ਕੀ ਇਹਨੇ ਕੌੜਾ ਖਾਦਾ, ਕੁਸ਼ੈਲਾ ਖਾਦਾ, ਕਿਹੋ ਜਿਹਾ ਖਾਦਾ। ਦੂਜੀ ਜੇਵਾ ਬੋਲਣ ਦਾ ਕੰਮ ਕਰਦੀ ਹੈ। ਤੀਜੀ ਜਿਹੜੀ ਜੇਵਾ ਹੈ ਜੋ ਮਨੁੱਖ ਮੂੰਹ ਵਿੱਚ ਪਾਉਂਦਾ ਉਹਨੂੰ ਪੇਟ ਵਿੱਚ ਪਤਾ ਦਿੰਦੀ ਹੈ। जेबा एक है लेकिन इहदे कर्म अनेक हैं। किन्ने ये जेबा कर्म करदी है। अखां वेखण दा काम करदियां ने, कान सुणन दा काम करदे ने। जिहड़ी नासिका है इहदी नाक है ये हवा अंदर लैंदी है ते हवा बाहर छड्डदी है। नासिका दे राही नक दे राही ये हवा ऑक्सीजन अंदर लैंदा है ते फिर बाहर छड्डदा है। ਜਿਹੜੇ ਅੱਖਾਂ ਨੇ ਇਹ ਦੇਖਣ ਦਾ ਕੰਮ ਕਰਦੀਆਂ ਨੇ। ਜੋ ਮਨੁੱਖ ਨੇ ਦੇਖਿਆ ਹੈ ਅੱਖਾਂ ਦੇ ਰਾਹੀਂ ਇਹ ਮਨੁੱਖ ਦੇ ਦਿਮਾਗ ਵਿੱਚ ਚਲਾ ਜਾਂਦਾ ਹੈ। ਜਿਹੜਾ ਮਨੁੱਖ ਦੇਖ ਨਹੀਂ ਪਾਉਂਦਾ, ਜਿਹੜਾ ਅੱਖਾਂ ਤੋਂ ਬਲਾਈਂਡ ਹੁੰਦਾ ਹੈ, ਜਿਹੜਾ ਅੱਖਾਂ ਤੋਂ ਅੰਨਾ ਹੁੰਦਾ ਹੈ, ਉਹਨੂੰ ਕੁਝ ਪਤਾ ਨਹੀਂ ਹੁੰਦਾ ਵੀ ਸੰਸਾਰ ਕਿਹੋ ਜਿਹਾ ਹੈ। ਕਿ ਬੰਦਾ ਦੇਖਣ ਨੂੰ ਕਿਹੋ ਜਿਹਾ ਲੱਗਦਾ, ਪਾਣੀ ਕਿਹੋ ਜਿਹਾ ਹੈ, ਧਰਤੀ ਕਿਹੋ ਜਿਹੀ ਹੈ, ਰੁੱਖ ਕਿਹੋ ਜਿਹੇ ਨੇ, जानवर किहो जिहे ने, पशु पंछी किहो जिहे ने। जेड़ा मनुख अखां तो ब्लाइंड है, अन्ना है, उन्हें बाहरले संसार का कुछ नहीं पता। उसे केवल हत्थां नाल टच करके महसूस कर लैंदा भी इहो जिहा हो सकदा है, लेकिन उन्हें रूप रंग आकार का कुछ नहीं पता लगता। हुण ये अखां जिहड़ियां देख के जिवें असीं फोन तो फोटो खिच्चदे हां, अखां ने कोई चीज किसी वस्तु को देखिया, किसी चीज को देखिया है, अखां ने वो फोटो खिंच ली है। अखां कैमरे का काम करदियां ने, वो फोटो को चित्र साडे दिमाग में जाके फिट हो गई। जदों दूजी बार असीं देखांगे साडे दिमाग में उस वेले पता लगना भी ये ते आ चीज है, ये ते आ बंदा है, इहनूं ते मैं किते वेखिया है। अखां देखण दा काम करदियां, अखां साडे दिमाग तक जानकारी पहुंचादियां ने, चित्र नूं ओह दिमाग विच लैके जांदियां ने। कान जिहड़ा है कान सुणन दा काम करदे ने। जेबा फिर ज्ञान दिंदी है। नासिका हवा साडे अंदर लैके जांदी है, हवा बाहर कढदी है। हुण इन्हां दो जिहड़े गुप्त अंग हैं ये 9 बन गए। 2 अखां, 2 नक, 2 कान, जेबा हो गए ते 2 मनुख दे गुप्त अंग, ये 9 दवारे का जिन्हां दे राखी जानकारी अंदर जा रही है, जिन्हां दे राखी जानकारी बाहर जा रही है। इन्हां नूं 9 जिहड़े दवारे आखिया गया है। इन्हां 9 दवारियां दे राखी मनुख दा संसार दे नाल संबंध जुड़दा है, मनुख दी जानकारी सांझी हुंदी है। जिस मनुख ने अखां तो कुछ वेखिया नहीं, कन्नां तो कुछ सुनिया नहीं है, हत्थां दे नाल कुछ टच नहीं कीता है, उहदे दिमाग नूं कुछ भी महसूस नहीं होएगा। हुण ये 9 दवारे हल जिन्हां दे राखी ये जानकारी इकट्ठी करदा है, जिन्हां दे राखी ये दिमाग जिहड़ा दिमाग है इहदा संबंध जिहड़ा है बाकी संसार नाल जुड़दा है। ये 9 दवारे जिहड़े मनुख दे वास्ते साधन हन, दरवाजे। इत्थे हुण सतगुरु जी ने दरवाजे आख्या है कि 9 द्वार को साध। कह लगे जिहड़े 9 दवारे हन इन्हां नूं साध लै, इन्हां नूं ठीक कर लै, इन्हां दी वरतों चंगी तरह कर। हुण परमेश्वर ने ये 9 दवारे इन्हूं दे दित्ते का। 9 दवारियां दे नाल इहदा संबंध संसार नाल जुड़दा है ते मनुख ने इन्हां 9 दवारियां दी सच्ची वरतों करनी सी, इन्हां नूं ठीक ढंग नाल वरतना सी। इन्हां दी ठीक ढंग नाल वरतों करके ये रब दी प्राप्ति कर सकदा सी, परमेश्वर तक ये पहुंच सकदा सीगा। लेकिन
ਜਦੋਂ ਮਨੁੱਖ ਨੂੰ ਇਹ ਦੇਹ ਮਿਲ ਗਈ, 9 ਦੁਆਰੇ ਮਿਲ ਗਏ, ਤੇ ਮਨੁੱਖ ਨੇ ਇਹਨਾਂ 9 ਦੁਆਰਿਆਂ ਦੀ ਗਲਤ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਅੱਖਾਂ ਦੇ ਨਾਲ ਇਹਨੇ ਮਾੜਾ ਵੇਖਣਾ ਸ਼ੁਰੂ ਕਰ ਦਿੱਤਾ, ਕੰਨਾਂ ਦੇ ਨਾਲ ਇਹਨੇ ਮਾੜਾ ਸੁਣਨਾ ਸ਼ੁਰੂ ਕਰ ਦਿੱਤਾ, ਜੇਬਾਂ ਦੇ ਨਾਲ ਇਹਨੇ ਮਾੜਾ ਬੋਲਣਾ ਸ਼ੁਰੂ ਕਰ ਦਿੱਤਾ, ਹੱਥਾਂ ਦੇ ਨਾਲ ਇਹਨੇ ਮਾੜਾ ਕਰਨਾ ਸ਼ੁਰੂ ਕਰ ਦਿੱਤਾ, ਪੈਰ ਮਾੜੇ ਪਾਸੇ ਜਾਂਦੇ ਹਨ। ਹੁਣ ਜਦੋਂ ਇਹਨੇ ਆਪਣੇ ਗਿਆਨ ਇੰਦਰੀਆਂ ਦੀ ਵਰਤੋਂ ਗਲਤ ਕੀਤੀ ਹੈ, 9 ਦੁਆਰਿਆਂ ਦੀ ਵਰਤੋਂ ਗਲਤ ਕੀਤੀ ਹੈ, ਤੇ ਜੋ ਵੀ ਗਲਤ ਸੀਗਾ ਉਹ ਸਭ ਕੁਝ ਸਾਡੇ ਮਨ ਤੱਕ ਪਹੁੰਚ ਗਿਆ। ਹੁਣ ਵਿੱਚ ਤੇ ਅੰਦਰ ਤੇ ਮਨ ਹੀ ਬੈਠਾ, ਅੰਦਰ ਤੇ ਬੁੱਧੀ ਉਹ ਬੈਠੀ ਹੈ। ਜੋ ਜੋ ਅੱਖਾਂ ਨੇ ਵੇਖਿਆ, ਜੋ ਜੋ ਕੰਨਾਂ ਨੇ ਸੁਣਿਆ ਹੈ, ਜੋ ਜੋ ਜਿਹੜੀ ਤਵਚਾ ਨੇ ਟੱਚ ਕੀਤਾ ਹੈ, ਜੋ ਜੋ ਇਹਨੇ ਗ੍ਰਹਿਣ ਕੀਤਾ ਹੈ, ਉਹ ਸਭ ਕੁਝ ਬੰਦੇ ਦੇ ਮਨ ਤੱਕ, ਬੁੱਧੀ ਤੱਕ ਪਹੁੰਚਿਆ ਹੈ। ਹੁਣ ਇਹ ਦੇਖਣਾ ਹੈ ਵੀ ਬੰਦੇ ਨੇ ਜੋ ਆਪਣੇ ਮਨ ਤੱਕ, ਬੁੱਧੀ ਤੱਕ ਪਹੁੰਚਾਇਆ ਹੈ, ਇਹ ਠੀਕ ਪਹੁੰਚਾਇਆ ਕਿ ਗਲਤ ਪਹੁੰਚਾਇਆ ਹੈ। ਜੇ ਤੇ ਗਲਤ ਪਹੁੰਚਾਇਆ ਹੈ ਫਿਰ ਤੇ ਮਨ ਵੀ ਵੈਸਾ ਹੀ ਹੋ ਜਾਂਦਾ ਹੈ। ਮਨ ਅੱਖਾਂ ਨੇ ਮਾੜਾ ਦੇਖਿਆ ਤੇ ਮਨ ਵੀ ਪਿੱਛੇ ਮਾੜਾ ਹੀ ਬਣ ਗਿਆ, ਕੰਨਾਂ ਨੇ ਮਾੜਾ ਸੁਣਿਆ ਤੇ ਮਨ ਵੀ ਵੈਸਾ ਬਣ ਗਿਆ। ਔਰ ਮਨ ਦਾ ਤੇ ਫਿਰ ਇਹ ਸੁਭਾਅ ਵੀ ਹੈ ਕਿ ਮਨ ਨੀਵੇਂ ਪਾਸੇ ਛੇਤੀ ਜਾਂਦਾ ਹੈ, ਮਨ ਮਾੜੇ ਪਾਸੇ ਛੇਤੀ ਜਾਂਦਾ ਹੈ। ਮਨ ਤੇ ਪਹਿਲਾਂ ਹੀ ਚੰਚਲ ਹੈ, ਮਨ ਤੇ ਪਹਿਲਾਂ ਹੀ ਭੱਜ ਰਿਹਾ ਹੈ। ਮਨ ਦੀ ਤੇ ਪਹਿਲਾਂ ਹੀ ਐਸੀ ਬਾਤ ਸੀ ਕਿ ਕਬ ਕੋ ਜੀਦਾ ਊਮ ਚੜ੍ਹਤ ਹੈ, ਕਬ ਕੋ ਜਾਏ ਪਿਆਲੇ। ਫਿਰ ਮਨ ਨੂੰ ਅੱਗੋਂ ਜਿਹੜੇ ਸਾਧਨ ਮਿਲੇ ਹਨ, ਮਨ ਨੇ ਆਪਣੇ ਸਾਧਨਾਂ ਦੀ ਵੀ ਗਲਤ ਵਰਤੋਂ ਕਰਕੇ ਹੋਰ ਜਿਹੜਾ ਆਪਣੇ ਆਪ ਨੂੰ ਮੈਲਾ ਕਰ ਲਿਆ। ਇਹਨੂੰ ਆਪਣੇ ਗਿਆਨ ਇੰਦਰੀਆਂ ਦੀ ਸੱਚੀ ਵਰਤੋਂ ਕਰਨੀ ਚਾਹੀਦੀ ਸੀ ਤਾਂ ਕਿ ਇਹ ਪ੍ਰਭੂ ਦੀ, ਪਰਮੇਸ਼ਰ ਦੀ ਪ੍ਰਾਪਤੀ ਕਰ ਸਕਦਾ। ਇੱਥੇ ਹੁਣ ਜੋ ਭਗਤ ਕਬੀਰ ਸਾਹਿਬ ਜੀ ਬਚਨ ਕਰ ਰਹੇ ਨੇ, 9ਵੀਂ ਨਵੇਂ ਦਵਾਰ ਕੋ ਸਾਧ ਕਹਿੰਦੇ ਨੇ। 9ਵੀਂ ਤਿੱਥ ਇਹ ਕਹਿ ਰਹੀ ਹੈ ਜਿਹੜੇ 9 ਦਵਾਰੇ ਹਨ ਇਹਨਾਂ ਨੂੰ ਸਾਧ ਲੈ, ਇਹਨਾਂ ਨੂੰ ਚੰਗਾ ਬਣਾ। ਇੱਕ ਭਗਤ ਕਬੀਰ ਸਾਹਿਬ ਜੀ ਦਾ ਬੜਾ ਪਿਆਰਾ ਬਚਨ ਆਉਂਦਾ ਹੈ। ਭਗਤ ਕਬੀਰ ਸਾਹਿਬ ਜੀ ਕਹਿ ਲਗੇ, ਗੁਰਦ ਖਲਾਈ ਮੂਰੀ ਜਿਤ ਮਿਰਗ ਪੜਤ ਹੈ ਚੋਰੀ। ਕਹਿ ਲਗੇ ਗੁਰੂ ਨੇ ਉਹ ਮੋਰੀ ਦਿਖਾ ਦਿੱਤੀ ਹੈ ਜਿੱਥੋਂ ਜਿਹੜੇ ਚੋਰ ਹਨ ਉਹ ਪੈਂਦੇ ਹਨ, ਚੋਰ ਆ ਕੇ ਡਾਕਾ ਮਾਰਦੇ ਹਨ। ਗੁਰਦ ਖਲਾਈ ਮੋਰੀ, ਮੋਰੀ ਤੋਂ ਭਾਵ ਹੈ ਸੁਰਾਖ। ਕਹਿ ਲਗੇ ਉਹ ਸੁਰਾਖ, ਉਹ ਮੋਰੀ ਦਿਖਾ ਦਿੱਤੀ ਹੈ ਜਿੱਥੋਂ ਆ ਕੇ ਹਿਰਨ ਪੈਂਦੇ ਹਨ, ਫਸਲ ਨੂੰ ਤਬਾਹ ਕਰਦੇ ਹਨ। ਗੁਰਦ ਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ। ਮੂੰਦ ਲਿਏ ਦਰਵਾਜੇ ਬਾਜੀ ਵਾਲੇ ਅਨਕਤ ਬਾਜੀ। ਇਸ ਕਰਕੇ ਜਿਹੜੇ ਘਰ ਦੇ ਦਰਵਾਜੇ ਸਨ, ਇਹਨਾਂ ਦਰਵਾਜ਼ਿਆਂ ਨੂੰ ਮੈਂ ਬੰਦ ਕਰ ਦਿਆ। ਹੁਣ ਜਿਹੜਾ ਕੋਈ ਵੀ ਘਰ ਹੈ, ਹਰ ਇੱਕ ਘਰ ਨੂੰ ਦਰਵਾਜੇ ਲੱਗੇ ਹੁੰਦੇ। ਜਿਹੜਾ ਘਰ ਹੈ, ਘਰ ਦੀ ਰਾਖੀ ਦੇ ਵਾਸਤੇ ਅਸੀਂ ਦਰਵਾਜੇ ਲਾਏ ਹਨ ਤੇ ਦਰਵਾਜੇ ਦਾ ਕੰਮ ਕੀ ਹੈ? ਦਰਵਾਜੇ ਰਾਹੀਂ ਅਸੀਂ ਘਰ ਦੇ ਅੰਦਰ ਜਾ ਸਕਦੇ ਹਾਂ, ਦਰਵਾਜੇ ਦੇ ਰਾਹੀਂ ਅਸੀਂ ਘਰ ਤੋਂ ਬਾਹਰ ਜਾ ਸਕਦੇ ਹਾਂ। ਫਿਰ ਦਰਵਾਜ਼ਾ ਜਿਹੜਾ ਹੈ, ਜਦੋਂ ਘਰ ਤੋਂ ਕੋਈ ਦੂਜਾ ਬੰਦਾ, ਬਾਹਰੋਂ ਕੋਈ ਦੂਜਾ ਬੰਦਾ ਆਇਆ ਹੈ, ਉਹਨੇ ਆ ਕੇ ਘਰ ਦਾ ਦਰਵਾਜ਼ਾ ਖੜਕਾਇਆ ਹੈ, ਅਸੀਂ ਦੇਖਦੇ ਹਾਂ ਕਿ ਇਹ ਬੰਦਾ ਸਾਡਾ ਜਾਣਕਾਰ ਹੈ ਕਿ ਨਹੀਂ ਜਾਣਕਾਰ। ਜੇ ਤੇ ਜਾਣਕਾਰ ਦਾ, ਰਿਸ਼ਤੇਦਾਰ ਦਾ, ਫਿਰ ਤੇ ਘਰ ਦਾ ਦਰਵਾਜ਼ਾ ਖੋਲ ਦਿੱਤਾ। ਜੇ ਅਸੀਂ ਨਹੀਂ ਜਾਣਦੇ ਤੇ ਅਸੀਂ ਕਹਿ ਦਿੰਦੇ ਹਾਂ ਵੀ ਤੈਨੂੰ ਅਸੀਂ ਜਾਣਦੇ ਨਹੀਂ, ਅਸੀਂ ਦਰਵਾਜ਼ਾ ਨਹੀਂ ਖੋਲ ਸਕਦੇ ਕਿਉਂਕਿ ਤੈਨੂੰ ਤੇ ਅਸੀਂ ਜਾਣਦੇ ਨਹੀਂ। ਹੁਣ ਭਗਤ ਕਬੀਰ ਸਾਹਿਬ ਜੀ ਕਹਿਣਗੇ ਬਸ ਇਸੇ ਤਰ੍ਹਾਂ ਮੂੰਦ ਲਿਏ ਦਰਵਾਜੇ, ਇਹ ਜਿਹੜੇ 9 ਦਵਾਰਿਆਂ ਦੇ ਦਰਵਾਜੇ ਹਨ ਇਹ ਬੰਦ ਕਰ ਲਏ ਹਨ। ਜਦੋਂ ਲੋੜ ਪੈਂਦੀ ਹੈ ਮੈਂ ਉਦੋਂ ਇਹਨਾਂ ਨੂੰ ਖੋਲਦਾ, ਜਦੋਂ ਲੋੜ ਨਹੀਂ ਪੈਂਦੇ ਉਦੋਂ ਮੈਂ ਇਹਨਾਂ ਨੂੰ ਬੰਦ ਕਰ ਦਿੰਦਾ। ਜਦੋਂ ਖੋਲਣ ਦਾ ਸਮਾਂ ਹੈ, ਹੁਣ ਖੋਲਣ ਦਾ ਸਮਾਂ ਹੈ ਤੇ ਖੋਲ ਲਿਆ ਹੈ, ਜਦੋਂ ਬੰਦ ਕਰਨ ਦਾ ਸਮਾਂ ਉਦੋਂ ਦਰਵਾਜ਼ਾ ਬੰਦ ਕਰ ਲਿਆ।
ਜਦੋਂ ਬਾਹਰ ਜਾਣ ਦਾ ਸਮਾਂ ਕਿਰਤਕਾਰ ਕਰਨ ਦਾ ਹੈ ਉਦੋਂ ਖੋਲ੍ਹਣੇ ਦਰਵਾਜ਼ੇ। ਜਦੋਂ ਹੁਣ ਟਿਕਣਾ ਹੈ, ਹੁਣ ਮਨ ਨੂੰ ਟਿਕਾ ਵਿੱਚ ਲਿਆਉਣਾ ਹੈ ਤੇ ਦਰਵਾਜ਼ੇ ਬੰਦ ਕਰ ਦੇ। ਮੂੰਹ ਦਲੀਏ ਦਰਵਾਜ਼ੇ ਬਾਜੀ ਦੇ ਅਨੰਤ ਬਾਜੇ, ਜਿਨ੍ਹਾਂ ਨੂੰ ਸਰੀਰ ਦੇ 9 ਦੁਆਰੇ ਬੰਦ ਕਰਨੇ ਆਗੇ ਖੋਲ੍ਹਣੇ ਆਗੇ, ਉਹਦੇ ਹਿਰਦੇ ਰੂਪੀ ਮਨ ਦੇ ਵਿੱਚ ਆਨੰਦ ਪੈਦਾ ਹੋ ਜਾਂਦਾ, ਖੀੜਾ ਪੈਦਾ ਹੋ ਜਾਂਦਾ ਹੈ। ਸਤਿਗੁਰ ਜੀ ਕਹਿੰਦੇ ਨੇ ਦਰਵਾਜ਼ਿਆਂ ਨੂੰ ਬੰਦ ਕਰਨਾ ਸਿੱਖ, ਦਰਵਾਜ਼ਿਆਂ ਨੂੰ ਖੋਲ੍ਹਣਾ ਸਿੱਖ। ਜਿਹੜੇ ਜੋਗੀ ਸਨ ਉਹ ਦਰਵਾਜ਼ੇ ਤੋੜਨ ਤੇ ਲੱਗੇ ਸਨ। ਉਹ ਕਹਿੰਦੇ ਅਸੀਂ ਅੱਖਾਂ ਖੋਲ੍ਹਣੀਆਂ ਨਹੀਂ, ਬੰਦ ਹੀ ਕਰਕੇ ਬੈਠ ਗਏ। ਅਸੀਂ ਤੇ ਹੱਥ ਪੈਰ ਹਿਲਾਣਾ ਹੀ ਨਹੀਂ ਗਾ, ਸਰੀਰ ਤੇ ਸਵਾਈ ਪੜ ਕੇ ਬੈਠ ਗਏ। ਅਸੀਂ ਤੇ ਕੰਨਾਂ ਤੋਂ ਕੁਝ ਵੇਖਣਾ ਹੀ ਨਹੀਂ ਗਾ, ਅੱਖਾਂ ਤੋਂ ਕੁਝ ਜਿਹੜਾ ਹੈ ਸੁਣਨਾ ਹੀ ਨਹੀਂ ਗਾ। ਉਹਦੇ ਦਰਵਾਜ਼ੇ ਪੱਕੇ ਹੀ ਜੇ ਬੰਦ ਕਰਕੇ ਬੈਠ ਗਏ। ਹੁਣ ਜਿਸ ਘਰ ਦਾ ਦਰਵਾਜ਼ਾ ਪੱਕਾ ਹੀ ਬੰਦ ਹੋ ਜਾਵੇ ਉਹ ਘਰ ਘਰ ਨਹੀਂ ਰਹਿੰਦਾ ਹੈ, ਉਹ ਘਰ ਤੇ ਸ਼ਮਸ਼ਾਨ ਘਾਟ ਬਣ ਜਾਂਦਾ। ਘਰ ਦੇ ਦਰਵਾਜ਼ੇ ਦਾ ਖੁੱਲਣਾ ਵੀ ਜਿਹੜਾ ਹੈ ਜ਼ਰੂਰੀ ਹੈ, ਵੀ ਖੁੱਲੇ ਵੀ ਤੇ ਬੰਦ ਵੀ ਹੋਵੇ। ਖੁੱਲਣਾ ਵੀ ਚਾਹੀਦਾ ਤੇ ਬੰਦ ਵੀ ਹੋਣਾ ਚਾਹੀਦਾ ਹੈ। ਜੋਗੀ ਤੇ ਪੱਕੇ ਬੰਦ ਹੀ ਕਰਕੇ ਬੈਠ ਕੇ ਵੀ ਅਸੀਂ ਅੱਖਾਂ ਖੋਲਣੀਆਂ ਨਹੀਂ, ਸਮਾਧੀ ਲਾ ਕੇ ਬੈਠ ਗਏ। ਕੰਨਾਂ ਦੇ ਨਾਲ ਕੁਝ ਸੁਣਨਾ ਹੀ ਨਹੀਂ ਹੈ, ਜੇਬਾਂ ਦੇ ਨਾਲ ਉਹਨਾਂ ਨੇ ਮੋਹ ਨਹੀਂ ਧਾਰਨ ਕਰ ਲਈ। ਸਤਿਗੁਰ ਜੀ ਕਹਿਣਗੇ ਤਰਵਰ ਸਦੀਵ ਮੋਨ ਸਾਧੇ ਹੀ ਮਰਤਿਕਾ। ਜਿਹੜੇ ਰੁੱਖ ਹਨ ਉੱਤੇ ਸਦਾ ਮੋਨ ਹੀ ਰਹਿੰਦੇ ਨੇ, ਜਿਹੜੇ ਰੁੱਖ ਨੇ ਉੱਤੇ ਬੋਲਦੇ ਨਹੀਂ ਤਾਂ ਰੁੱਖਾਂ ਦੀ ਉਮਰ ਕਈ ਸਾਲਾਂ ਦੀ ਹੁੰਦੀ ਹੈ। ਮਨੁੱਖ ਨਾਲੋਂ ਰੁੱਖ ਦੀ ਉਮਰ ਜ਼ਿਆਦਾ ਹੁੰਦੀ ਹੈ। ਕੋਈ 100 ਸਾਲ ਦਾ ਰੁੱਖ, ਕੋਈ 200, ਕੋਈ 500 ਸਾਲ ਦਾ, ਕਈ ਹਜ਼ਾਰਾਂ ਸਾਲ ਦੇ ਵੀ ਰੁੱਖ ਹੁੰਦੇ ਨੇ, ਲੇਕਿਨ ਰੁੱਖ ਬੋਲਦੇ ਨਹੀਂ ਕਰਦੇ। ਰੁੱਖਾਂ ਨੂੰ ਤੇ ਰੱਬ ਦੀ ਪ੍ਰਾਪਤੀ ਪਹਿਲਾਂ ਹੋਣੀ ਚਾਹੀਦੀ ਹੈ। ਤਰਵਰ ਸਦੀਵ ਮੋਨ ਸਾਧੇ ਮਰਤਕ ਹੈ। ਰੁੱਖ ਚੁੱਪ ਕੇ ਪੈਦਾ ਹੁੰਦੇ ਨੇ, ਉਗਦੇ ਹਨ ਤੇ ਸਾਰੀ ਜ਼ਿੰਦਗੀ ਰੁੱਖ ਚੁੱਪ ਹੀ ਰਹਿੰਦੇ ਨੇ ਤੇ ਚੁੱਪ ਕੀਤਿਆਂ ਨੇ ਰੁੱਖਾਂ ਨੂੰ ਵੱਢ ਲਿਆ ਜਾਂਦਾ ਹੈ। ਇਸ ਕਰਕੇ ਇਹਨੂੰ ਬੋਲਣਾ, ਜਿੱਥੇ ਬੋਲਣਾ ਉੱਥੇ ਬੋਲਣਾ ਵੀ ਪੈਣਾ, ਜਿੱਥੇ ਦੇਖਣਾ ਉੱਥੇ ਦੇਖਣਾ ਵੀ ਪੈਣਾ ਹੈ, ਜਿੱਥੇ ਸੁਣਨ ਵਾਲੀ ਗੱਲ ਹੈ ਉੱਥੇ ਸੁਣਨਾ ਵੀ ਪੈਣਾ ਹੈ। ਜਿੱਥੇ ਨਿੰਦਿਆ ਹੋ ਰਹੀ ਹੈ ਉੱਥੇ ਕੰਨ ਬੰਦ ਵੀ ਕਰਨੇ ਪੈਣਗੇ। ਜਿੱਥੇ ਮਾੜਾ ਚੱਲ ਰਿਹਾ ਉੱਥੇ ਅੱਖਾਂ ਬੰਦ ਵੀ ਕਰਨੀਆਂ ਪੈਣੀਆਂ ਨੇ। ਜਿੱਥੇ ਮਾੜਾ ਬੋਲਿਆ ਜਾ ਰਿਹਾ ਉੱਥੇ ਜ਼ੁਬਾਨ ਨੂੰ ਚੁੱਪ ਵੀ ਕਰਾਉਣਾ ਪੈਣਾ, ਜ਼ੁਬਾਨ ਨੂੰ ਤਾਲਾ ਵੀ ਲਾਉਣਾ ਪੈਣਾ। ਇਸ ਕਰਕੇ ਹੁਣ ਸਤਿਗੁਰੂ ਜੀ ਇੱਥੇ ਕਿਰਪਾ ਕਰ ਰਹੇ ਨੇ। ਮੂੰਹ ਦਲੀਏ ਦਰਵਾਜ਼ੇ, ਇਹਨੂੰ ਦਰਵਾਜ਼ੇ ਬੰਦ ਕਰਨੇ ਆ ਜਾਣ, ਖੋਲਣੇ ਆ ਜਾਣ। ਵੀ ਆਹ ਲੋੜ ਖੋਲਣ ਦੀ ਹੈ, ਆਹ ਸਮਾਂ ਖੋਲਣ ਦਾ ਤੇ ਆਹ ਸਮਾਂ ਬੰਦ ਕਰਨ ਦਾ। ਮੂੰਹ ਦਲੀਏ ਦਰਵਾਜ਼ੇ ਬਾਜੀ ਵਾਲੇ ਅਣਖਤ ਬਾਜੇ, ਇਹਦੇ ਅੰਦਰ ਮਨ ਵਿੱਚ ਆਨੰਦ ਪੈਦਾ ਹੋ ਜਾਵੇਗਾ। ਤੇ ਇਹਦੇ ਹੁਣ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਇਹਨਾਂ 9 ਦੁਆਰਿਆਂ ਨੂੰ ਸਾਧ ਲੈ, ਇਹਨਾਂ 9 ਦੁਆਰਿਆਂ ਨੂੰ ਕਾਬੂ ਵਿੱਚ ਕਰਨਾ ਕਰ। ਤੇ ਮਨਸਾ ਰੱਖੋ ਬਾਂਧ। ਕਹਿੰਦੇ ਨੇ ਜਿਹੜੀ ਤੇਰੇ ਮਨ ਵਿੱਚ ਮਨਸਾ ਬਹਿੰਦੀ ਜਾ ਰਹੀ ਹੈ, ਇਹਨੂੰ ਜਿਹੜਾ ਹੈ ਬੰਨ ਕੇ ਰੱਖ। ਇਸ ਮਨਸਾ ਨੂੰ ਵੀ ਕਾਬੂ ਵਿੱਚ ਕਰ ਲੈ। ਬਹਿਤੀ ਮਨਸਾ ਰੱਖੋ ਬਾਂਧ। ਹੁਣ ਜਦੋਂ ਮਨੁੱਖ ਆਪਣੇ 9 ਦੁਆਰਿਆਂ ਦੀ ਵਰਤੋਂ ਕਰਦਾ, ਅੱਖਾਂ ਰਾਹੀਂ ਵੇਖਦਾ, ਕੰਨਾਂ ਰਾਹੀਂ ਸੁਣਦਾ ਹੈ, ਜੇਬਾਂ ਰਾਹੀਂ ਬੋਲਦਾ, ਇਹਦਾ ਸੰਸਾਰ ਦੇ ਨਾਲ ਸੰਬੰਧ ਜੁੜਦਾ ਹੈ, ਤਰ੍ਹਾਂ ਤਰ੍ਹਾਂ ਦੀਆਂ ਵਸਤੂਆਂ ਦੇਖਦਾ ਹੈ ਤੇ ਸਭ ਕੁਝ ਦੇਖਣ ਤੋਂ ਬਾਅਦ ਮਨੁੱਖ ਦੇ ਮਨ ਵਿੱਚ ਇੱਛਾ ਪੈਦਾ ਹੁੰਦੀ ਹੈ। ਜਦੋਂ ਇਹਨੇ ਦੇਖਿਆ, ਜਦੋਂ ਇਹਨੇ ਸੁਣਿਆ, ਜਦੋਂ ਇਹਨੇ ਸੰਸਾਰ ਦੇ ਨਾਲ ਸੰਬੰਧ ਜੋੜਿਆ, 9 ਦੁਆਰਿਆਂ ਦੇ ਰਾਹੀਂ ਵੱਖ-ਵੱਖ ਤਰੀਕੇ ਨਾਲ ਇਹਦਾ ਸੰਬੰਧ ਜੁੜਿਆ, ਇਹ ਸਭ ਕੁਝ ਇਹਦੇ ਮਨ ਤੱਕ, ਇਹਦੀ ਬੁੱਧੀ ਤੱਕ ਗਿਆ ਤੇ ਮਨ ਵਿੱਚ ਵਿਚਾਰ ਪੈਦਾ ਹੋਏ, ਮਨ ਵਿੱਚ ਇੱਛਾ ਪੈਦਾ ਹੋਈ। ਜਿਹੜੀ ਇੱਛਾ ਹੈ ਇਹ ਫਿਰ ਮਨਸਾ ਨੂੰ ਜਨਮ ਦਿੰਦੀ ਹੈ। ਇੱਛਾ ਜਦੋਂ ਬਾਰ-ਬਾਰ ਮਨ ਵਿੱਚ ਚਲਦੀ ਹੈ, ਬਾਰ-ਬਾਰ ਬੁੱਧੀ ਵਿੱਚ ਉਹ ਘੁੰਮਦੀ ਹੈ, ਇੱਛਾ ਕਿਸੇ ਪਦਾਰਥ ਦੀ ਸੋਚ
ਕਿਸੇ ਇੱਛਾ ਦੀ ਸੋਚ, ਕਿਸੇ ਵਸਤੂ ਦੀ ਸੋਚ ਜਦੋਂ ਮਨ ਵਿੱਚ ਵਾਰ-ਵਾਰ ਘੁੰਮਦੀ ਹੈ, ਉਹ ਇੱਛਾ ਫਿਰ ਮਨਸਾ ਬਣ ਜਾਂਦੀ ਹੈ। ਮਨਸਾ ਤੋਂ ਭਾਵ ਉਹ ਵਸਤੂ ਜਿਹੜੀ ਸਾਡੇ ਮਨ ਦਾ ਹਿੱਸਾ ਬਣ ਚੁੱਕੀ ਹੈ, ਜਿਹੜੀ ਸਾਡੇ ਮਨ ਵਿੱਚ ਵਾਰ-ਵਾਰ ਚੱਲ ਰਹੀ ਹੈ। ਜਿਸ ਚੀਜ਼ ਨੂੰ ਮਨ ਭੁਲਾਇਆ ਵੀ ਨਹੀਂ ਭੁੱਲ ਰਿਹਾ, ਇੱਛਾ ਤੋਂ ਆਸਾ, ਆਸਾ ਤੋਂ ਮਨਸਾ ਬਣ ਜਾਂਦੀ ਹੈ, ਮਨਸਾ ਮਨ ਦਾ ਹਿੱਸਾ ਬਣ ਗਈ। ਜੇ ਮਨੁੱਖ ਨੇ ਆਪਣੀ ਇੱਛਾ ਨੂੰ ਖਤਮ ਨਹੀਂ ਕੀਤਾ, ਇੱਛਾ ਨੇ ਆਸਾ ਬਣ ਜਾਣਾ। ਜੇ ਇਹਨੇ ਆਸਾ ਨੂੰ ਖਤਮ ਨਹੀਂ ਕੀਤਾ, ਆਸਾ ਨੇ ਮਨਸਾ ਬਣ ਜਾਣਾ। ਜੇ ਇਹਨੇ ਆਪਣੀ ਮਨਸਾ ਨੂੰ ਖਤਮ ਨਹੀਂ ਕੀਤਾ ਤੇ ਮਨਸਾ ਨੇ ਫਿਰ ਤ੍ਰਿਸ਼ਨਾ ਬਣ ਜਾਣਾ ਹੈ। ਜਿਹੜੀ ਤ੍ਰਿਸ਼ਨਾ ਹੈ, ਤ੍ਰਿਸ਼ਨਾ ਦਾ ਕਿਤੇ ਵੀ ਜਾ ਕੇ ਕੋਈ ਇਲਾਜ ਨਹੀਂ ਹੈ। ਤ੍ਰਿਸ਼ਨਾਲੂ ਬੰਦੇ ਨੂੰ ਤੇ ਰਜਾਇਆ ਨਹੀਂ ਜਾ ਸਕਦਾ। ਉੱਥੇ ਸਾਰੀ ਦੁਨੀਆ ਦੇ ਪਦਾਰਥ ਵੀ ਇਕੱਠੇ ਕਰਕੇ ਕਹਿੰਦਾ ਵੀ ਅਜੇ ਤੇ ਮੇਰੇ ਕੋਲ ਕੁਝ ਵੀ ਨਹੀਂ ਹੈ। ਉੱਥੇ ਫਿਰ ਵੀ ਨਹੀਂ ਰਚਦਾ ਜੇ ਉਹਦੇ ਕੋਲ ਸਾਰੀ ਦੁਨੀਆ ਦੇ ਪਦਾਰਥ ਵੀ ਆ ਜਾਣ। ਤ੍ਰਿਸ਼ਨਾਲੂ ਬੰਦਾ ਤੇ ਇਹੋ ਜਿਹਾ ਹੁੰਦਾ, ਤ੍ਰਿਸ਼ਨਾ ਨਾਲ ਭਰਿਆ ਬੰਦਾ ਤੇ ਇਹ ਹੁੰਦਾ ਹੈ ਜਿਸ ਬੰਦੇ ਦਾ ਮਨ ਰੱਜ ਨਹੀਂ ਰਿਹਾ, ਜਿਹਨੂੰ ਤ੍ਰਿਪਤੀ ਨਹੀਂ ਆ ਰਹੀ ਹੈ, ਇਹਦਾ ਮਤਲਬ ਹੈ ਕਿ ਉਹ ਇਛਾਵਾਂ ਦੇ ਨਾਲ, ਮਨਸਾ ਦੇ ਨਾਲ, ਤ੍ਰਿਸ਼ਨਾ ਦੇ ਨਾਲ ਭਰਿਆ ਹੋਇਆ ਹੈ। ਉਹਦੇ ਅੰਦਰ ਪਤਾ ਨਹੀਂ ਕਿੰਨੀਆਂ ਕੁ ਇਛਾਵਾਂ ਚੱਲ ਰਹੀਆਂ, ਕਿੰਨੀ ਕੁ ਉਹਦੀ ਮਨਸਾ ਹੈ, ਤੇ ਮਨਸਾ ਤੋਂ ਅੱਗੇ ਉਹਦੇ ਅੰਦਰ ਪਤਾ ਨਹੀਂ ਕਿੰਨੀ ਕੁ ਤ੍ਰਿਸ਼ਨਾ ਪੈਦਾ ਹੋ ਗਈ ਹੈ ਵੀ ਜਿਹਦੇ ਕਰਕੇ ਕੋਈ ਵੀ ਚੀਜ਼ ਉਹਦੇ ਮਨ ਨੂੰ ਰਜਾ ਨਹੀਂ ਪਾ ਰਹੀ। ਤੇ ਇਹਦਾ ਮੁੱਢ ਜਿਹੜਾ ਹੈ ਉਹ ਇੱਛਾ ਤੋਂ ਬਣਿਆ ਵੀ ਜਦੋਂ ਬੰਦੇ ਨੇ ਵੇਖਿਆ ਕਿ ਸੁਣਿਆ ਹੈ। ਇਸੇ ਕਰਕੇ ਰੱਬ ਦੇ ਵਿੱਚ ਇੱਥੇ ਭਗਤ ਕਬੀਰ ਸਾਹਿਬ ਜੀ ਗੱਲ ਕਰਦੇ ਨੇ ਵੀ ਸਭ ਤੋਂ ਪਹਿਲਾਂ ਜਿਹੜੇ ਗਿਆਨ ਇੰਦਰੀ ਨੇ, 9 ਦਵਾਰੇ ਨੇ, ਇਹਨਾਂ ਨੂੰ ਸਾਧ। ਜੇ ਇਹਨਾਂ ਨੂੰ ਸਾਧ ਲਿਆ, ਜਿਹੜੀ ਇਹਦੇ ਅੰਦਰ ਇੱਛਾ ਵੀ ਪੈਦਾ ਹੋਵੇਗੀ, ਉਹ ਇੱਛਾ ਵੀ ਚੰਗੀ ਪੈਦਾ ਹੋਵੇਗੀ। ਇਹਦੇ ਅੰਦਰ ਮਨਸਾ ਵੀ ਹੋਵੇਗੀ, ਚੰਗੀ ਹੋਵੇਗੀ। ਜੋ ਤ੍ਰਿਸ਼ਨਾ ਵੀ ਜੇ ਬਣੀ ਤੇ ਚੰਗੀ ਬਣੇਗੀ। ਇੱਕ ਤ੍ਰਿਸ਼ਨਾ ਪਦਾਰਥ ਦੀ ਹੈ ਜਿਹੜੀ ਕਦੇ ਪੂਰੀ ਨਹੀਂ ਹੋ ਸਕਦੀ, ਜਿਹੜਾ ਨੂੰ ਕਦੇ ਵੀ ਤ੍ਰਿਸ਼ਨਾ ਦੇ ਨਾਲ ਰੱਜ ਨਹੀਂ ਸਕਦਾ। ਇੱਕ ਇੱਛਾ ਧਰਮ ਦੀ ਹੈ, ਪਰਮਾਤਮਾ ਦੀ ਹੈ। ਪਰਮਾਤਮਾ ਦੀ ਪ੍ਰਾਪਤੀ ਤੇ ਨਹੀਂ ਹੁੰਦੀ, ਲੇਕਿਨ ਪਰਮਾਤਮਾ ਦੀ ਤ੍ਰਿਸ਼ਨਾ ਬੰਦੇ ਨੂੰ ਅੰਦਰੋਂ ਰਜਾ ਦਿੰਦੀ ਹੈ। ਇਹ ਤੇ ਗੱਲ ਕਹਿ ਵੀ ਮਨੁੱਖ ਰੱਬ ਨੂੰ ਪਾ ਤੇ ਨਹੀਂ ਸਕਦਾ, ਲੇਕਿਨ ਜੇ ਰੱਬ ਦੇ ਵਾਸਤੇ, ਪਰਮਾਤਮਾ ਦੇ ਵਾਸਤੇ ਤ੍ਰਿਸ਼ਨਾ ਵੀ ਬਣ ਜਾਵੇ ਤੇ ਮਨੁੱਖ ਅੰਦਰੋਂ ਰੱਜ ਜਾਂਦਾ ਹੈ। ਇਹਦੀਆਂ ਭੁੱਖਾਂ ਸਾਰੀਆਂ ਹੀ ਮਿਟ ਜਾਂਦੀਆਂ ਨੇ। ਦੁਨੀਆ ਦੀ ਫਿਰ ਕੋਈ ਭੁੱਖ ਰਹਿੰਦੀ ਹੋਈ ਨਹੀਂ ਹੈ ਜੇ ਇਹਦੇ ਅੰਦਰ ਪਰਮਾਤਮਾ ਦੀ ਇੱਛਾ ਪੈਦਾ ਹੋ ਜਾਵੇ, ਰੱਬ ਦੀ ਮਨਸਾ ਬਣ ਜਾਵੇ, ਪਰਮੇਸ਼ਰ ਦਾ ਨਾਮ ਇਹਦੇ ਮਨ ਦਾ ਹਿੱਸਾ ਬਣ ਜਾਵੇ। ਜਿਵੇਂ ਦੁਨੀਆ ਦੇ ਪਦਾਰਥਾਂ ਦੀ ਇੱਛਾ ਪੈਦਾ ਹੋਈ, ਜੇ ਇਸੇ ਤਰ੍ਹਾਂ ਪਰਮਾਤਮਾ ਦੀ ਇੱਛਾ ਪੈਦਾ ਹੋ ਜਾਵੇ, ਇੱਛਾ ਨੇ ਆਸਾ ਬਣ ਜਾਣਾ, ਆਸਾ ਨੇ ਮਨਸਾ ਬਣ ਜਾਣਾ, ਮਨਸਾ ਨੇ ਮਨ ਦਾ ਹਿੱਸਾ ਬਣ ਗਈ। ਜਦੋਂ ਮਨ ਦਾ ਹਿੱਸਾ ਪਰਮਾਤਮਾ ਬਣ ਗਿਆ, ਉਹਦਾ ਨਾਮ ਬਣ ਗਿਆ, ਤੇ ਫਿਰ ਇਹਨੇ ਅੱਗੋਂ ਤ੍ਰਿਸ਼ਨਾ ਨੂੰ ਜਨਮ ਦੇਣਾ ਹੈ। ਪਰਮੇਸ਼ਰ ਦਾ ਨਾਮ ਇਹਦੇ ਵਾਸਤੇ ਤ੍ਰਿਸ਼ਨਾ ਬਣ ਜਾਵੇਗਾ। ਲੇਕਿਨ ਉਹ ਜਿਹੜਾ ਪਰਮੇਸ਼ਰ ਦਾ ਨਾਮ ਇਹਦੇ ਵਾਸਤੇ ਤ੍ਰਿਸ਼ਨਾ ਬਣਿਆ ਹੈ, ਉਹ ਜਿਹੜੀ ਅੰਦਰ ਦੀ ਲਾਲਸਾ ਬਣੀ ਹੈ, ਉਹਨੇ ਦੁਨੀਆ ਦੀਆਂ ਭੁੱਖਾਂ ਨੂੰ ਖਤਮ ਕਰ ਦਿੰਦਾ ਹੈ, ਸੰਸਾਰ ਦੀਆਂ ਭੁੱਖਾਂ ਨੂੰ ਮਿਟਾ ਦੇਣਾ ਹੈ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਪਰਮੇਸ਼ਰ ਦੇ ਨਾਮ ਨੇ ਇਹਦੀਆਂ ਸਾਰੀਆਂ ਭੁੱਖਾਂ ਗਵਾ ਦੇਣੀਆਂ ਨੇ, ਖਤਮ ਕਰ ਦੇਣੀਆਂ ਨੇ। ਤੇ ਦੁਨੀਆ ਦੀ ਤ੍ਰਿਸ਼ਨਾ ਨੇ, ਪਦਾਰਥ ਦੀ ਤ੍ਰਿਸ਼ਨਾ ਨੇ ਇਹਦੀਆਂ ਭੁੱਖਾਂ ਨੂੰ ਹੋਰ ਬਣਾ ਦੇਣਾ ਹੈ। ਸੈਸ ਕਟੇ ਲੱਗ ਕੋ ਉਠਾਵੈ, ਤ੍ਰਿਪਤ ਨ ਆਵੈ, ਮਾਇਆ ਪਾਛੇ ਪਾਵੈ। ਅਨਕ ਭੋਗ ਵਿਖਿਆ ਕੇ ਕਰੈ, ਨੈ ਤ੍ਰਿਪਤਾਵੈ, ਖਪ ਖਪ ਮਰੈ। ਬਿਨਾ ਸੰਤੋਖ ਨ ਕੀਹੂ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਇਸ ਕਰਕੇ ਇਹਦੇ ਮਨ ਨੂੰ ਤੇ ਜਿਹੜੀ ਸੰਤੁਸ਼ਟੀ ਮਿਲਣੀ ਨਹੀਂ ਹੈ, ਮਨ ਨੂੰ ਤੇ ਰਜੀਵਾ ਮਿਲਣਾ ਹੀ ਨਹੀਂ ਹੈ। ਇਸ ਕਰਕੇ ਬਹਿਤੀ ਮਨਸਾ, ਜਿਹੜੀ ਮਨ ਵਿੱਚ ਮਨਸਾ ਬਹਿ ਰਹੀ ਹੈ,
ਜਿਹੜੀ ਦੁਨੀਆ ਦੇ ਪਦਾਰਥਾਂ ਦੀ, ਸੰਸਾਰ ਦੀ ਜੋ ਇੱਛਾ ਇਹਦੇ ਮਨ ਵਿੱਚ ਚੱਲ ਰਹੀ ਹੈ, ਬਹਿਤੀ ਮਨਸਾ ਰਾਖੋ ਬਾਂਧ, ਇਹਨੂੰ ਬੰਨ ਲੈ, ਇਹਨੂੰ ਟਿਕਾ ਲੈ, ਜਾਂ ਆਪਣੇ ਅੰਦਰ ਧਰਮ ਦੀ ਇੱਛਾ, ਪਰਮਾਤਮਾ ਦੀ ਇੱਛਾ ਪੈਦਾ ਕਰ। ਲੋਭ ਮੋਹ ਸਭ ਵਿਸਰ ਜਾਓ। ਅੱਗੇ ਕਹਿੰਦੇ ਨੇ ਜਿਹੜਾ ਲੋਭ ਹੈ, ਮੋਹ ਹੈ, ਇਹਨੂੰ ਵੀ ਮਨ ਵਿੱਚੋਂ ਭੁਲਾ ਦੇ, ਇਹਨੂੰ ਵੀ ਮਨ ਵਿੱਚੋਂ ਵਿਸਾਰ ਦੇ। ਲੋਭ ਤੇ ਮੋਹ ਨੂੰ ਵੀ ਆਪਣੇ ਮਨ ਵਿੱਚੋਂ ਕੱਢਣਾ ਕਰ। ਜੁਗ ਜੁਗ ਜੀਵੋ ਅਮਰ ਫਲ ਖਾਓ। ਕਹਿੰਦੇ ਫਿਰ ਤੈਨੂੰ ਜਿਹੜਾ ਹੈ ਜੁਗ ਜੁਗ ਜੀਵੋ, ਇੱਕ ਅਟਲ ਜੀਵਨ ਜਿਹੜਾ ਪ੍ਰਾਪਤ ਹੋ ਜਾਵੇਗਾ। ਜੁਗ ਜੁਗ ਜੀਵੋ ਅਮਰ ਫਲ ਖਾਵੋ, ਤੈਨੂੰ ਨਾਮ ਰੂਪੀ ਫਲ ਦੀ ਪ੍ਰਾਪਤੀ ਹੋ ਜਾਵੇਗੀ। ਨਾਮ ਰੂਪੀ ਐਸਾ ਫਲ ਜਿਹਦਾ ਫਲ ਅੰਮ੍ਰਿਤ ਹੈ, ਸਦਾ ਵਾਸਤੇ ਨਾਮ ਕਾਇਮ ਰਹਿਣ ਵਾਲਾ ਹੈ। ਜੁਗ ਜੁਗ ਜੀਵੋ ਅੰਮ੍ਰਿਤ ਫਲ ਖਾਵੋ, ਕਹਿੰਦੇ ਸਦਾ ਇਹ ਆਤਮਿਕ ਆਨੰਦ ਦੀ ਅਵਸਥਾ ਵਿੱਚ ਰਹੇਗਾ ਜੇ ਇਹ ਪਰਮੇਸ਼ਰ ਦੇ ਨਾਮ ਫਲ ਦੀ ਇਹ ਪ੍ਰਾਪਤੀ ਕਰ ਲੈਂਦਾ ਹੈ। ਭਗਤ ਕਬੀਰ ਸਾਹਿਬ ਜੀ ਇੱਕ ਬਚਨ ਕਰਦੇ ਨੇ, ਕਹਿਣ ਲੱਗੇ ਕਬੀਰ ਐਸਾ ਬੀਜ ਬੋਏ, ਕਹਿਣ ਲੱਗੇ ਇਹੋ ਜਿਹਾ ਆਪਣੇ ਮਨ ਵਿੱਚ ਬੀਜ 12 ਮਾਸ ਫਲੰਤ, ਜਿਹੜਾ 12 ਮਹੀਨੇ ਵੱਧਦਾ ਫੁੱਲਦਾ ਹੋਵੇ, 12 ਮਹੀਨੇ ਜਿਹੜਾ ਫਲ ਦਿੰਦਾ ਹੋਵੇ। ਕੋਈ ਵੀ ਦਰਖਤ ਹੈ ਉਹ ਸਾਲ ਦੇ ਵਿੱਚ ਇੱਕ ਸਮਾਂ ਆਉਂਦਾ ਹੈ, ਇੱਕ ਮਹੀਨਾ ਆਉਂਦਾ ਜਦੋਂ ਉਹ ਫਲ ਦਿੰਦਾ ਹੈ। ਕੋਈ ਵੀ ਦੁਨੀਆ ਦਾ ਫਲ ਲਾ ਕੇ ਦੇਖ ਲਓ, ਕੋਈ ਵੀ ਦਰਖਤ ਲਾ ਕੇ ਦੇਖ ਲਓ, ਜਿਹੜਾ ਵੀ ਕੋਈ ਦਰਖਤ ਲਾਵੋਗੇ ਕਿਸੇ ਵੀ ਫਲ ਦਾ ਹੋਵੇ, ਸਾਲ ਵਿੱਚ ਇੱਕ ਸਮਾਂ ਆਵੇਗਾ ਜਦੋਂ ਉਹ ਸਾਲ ਵਿੱਚ ਇੱਕ ਸਮੇਂ ਉਹ ਫਲ ਦੇਵੇਗਾ। 15 ਦਿਨ ਦਾ ਮਹੀਨਾ। ਕੁਝ ਐਸੇ ਦਰਖਤ ਹਨ ਜਿਹੜੇ 2 ਸਾਲਾਂ ਬਾਅਦ ਫਲ ਦਿੰਦੇ ਹਨ। ਜਿਵੇਂ ਅੰਬ ਦਾ ਦਰਖਤ ਹੈ, ਉਹਦੇ ਅੱਧੇ ਕਿਸੇ ਨੂੰ 1 ਸਾਲ ਫਲ ਲੱਗਦੇ ਨੇ, ਅੱਧੇ ਕਿਸੇ ਨੂੰ 1 ਸਾਲ ਲੱਗਦੇ ਹਨ। ਜਾਂ 1 ਸਾਲ ਅੰਬ ਦੇ ਦਰਖਤ ਤੋਂ ਫਲ ਲੱਗਦੇ ਨੇ, 1 ਸਾਲ ਫਲ ਬੜਾ ਘੱਟ ਲੱਗਦਾ ਹੈ ਜਾਂ ਲੱਗਦਾ ਹੀ ਨਹੀਂ ਹੈ। ਹੁਣ ਭਗਤ ਕਬੀਰ ਸਾਹਿਬ ਜੀ ਕਿਰਪਾ ਕਰਦੇ ਨੇ, ਕਬੀਰ ਐਸਾ ਬੀਜ ਬੋਏ, ਕਹਿੰਦੇ ਨੇ ਇਹੋ ਜਿਹਾ ਬੀਜ ਬੋ 12 ਮਾਸ ਫਲੰਤ, ਜਿਹੜਾ 12 ਦੇ 12 ਮਹੀਨੇ ਫਲਦਾ ਹੋਵੇ। ਜਿਹੜਾ ਖਰ ਸਮੇਂ ਤੇ ਨੂੰ ਫਲ ਦਿੰਦਾ ਹੋਵੇ, ਸੀਤਲ ਸਾਇਆ ਗਹਿਰ ਫਲ, ਕਹਿੰਦੇ ਨੇ ਜਿਹਦੀ ਛਾਇਆ ਵੀ ਬੜੀ ਸ਼ੀਤਲ ਹੋਵੇ। ਸੀਤਲ ਛਾਇਆ ਗਹਿਰ ਫਲ ਪੰਖੀ ਕੇਲ ਕਰੰਤ, ਕੇਲ ਕਰੰਤ ਤੋਂ ਭਾਵ ਹੈ ਵੀ ਤੇਰੇ ਗਿਆਨ ਇੰਦਰੀ ਵਿੱਚ ਹਰ ਵੇਲੇ ਆਨੰਦ ਵਿੱਚ ਰਹਿਣ, ਖੇੜੇ ਵਿੱਚ ਰਹਿਣ। ਤੇ ਉਹ ਫਲ ਹੈ ਕੇਵਲ ਪਰਮੇਸ਼ਰ ਦੇ ਨਾਮ ਦਾ ਫਲ। ਨਾਮ ਦਾ ਫਲ ਜਦੋਂ ਇਹ ਨਾਮ ਦਾ ਬੀਜ ਬੀਜੇਗਾ, ਨਾਮ ਜਪੇਗਾ, ਨਾਮ ਜਪਣ ਦੇ ਨਾਲ ਇਹਦਾ ਮਨ ਹਰ ਵੇਲੇ ਹਰ ਸਮੇਂ ਆਨੰਦ ਵਿੱਚ ਹੀ ਰਹੇਗਾ, ਚੜ੍ਹਦੀ ਕਲਾ ਵਿੱਚ ਹੀ ਰਹੇਗਾ। ਨਾਮ ਇਹੋ ਜਿਹਾ ਬੀਜ ਹੈ, ਨਾਮ ਇਹੋ ਜਿਹਾ ਫਲ ਹੈ ਜਿਹੜਾ ਹਰ ਸਮੇਂ ਇਸ ਮਨ ਵਿੱਚ ਆਨੰਦ ਪੈਦਾ ਕਰ ਸਕਦਾ ਹੈ। ਇਸ ਕਰਕੇ ਕਬੀਰ ਐਸਾ ਬੀਜ ਬੋਏ 12 ਮਾਸ ਫਲੰਤ, ਸੀਤਲ ਸਾਇਆ ਗਹਿਰ ਫਲ ਪੰਖੀ ਕੇਲ ਕਰੰਤ। ਤੇ ਇਹਦਾ ਮਨ ਵੀ ਆਨੰਦ ਵਿੱਚ ਰਹੇਗਾ, ਇਹਦੇ ਗਿਆਨ ਇੰਦਰੀ ਵੀ ਆਨੰਦ ਵਿੱਚ ਰਹਿਣਗੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਿਰਪਾ ਕਰਦੇ ਨੇ ਕਿ ਇਹੋ ਜਿਹਾ ਫਲ ਜਿਹੜਾ ਤੂੰ ਪ੍ਰਾਪਤ ਕਰਨਾ ਕਰ। ਦਸਵੀਂ ਦਹਦਸ ਹੋਏ ਆਨੰਦ। ਤੇ ਭਗਤ ਕਬੀਰ ਸਾਹਿਬ ਜੀ ਅੱਗੇ ਜੋ 10ਵੀਂ ਤਿਥ ਹੈ ਇਸ ਰਾਹੀਂ ਸਮਝਾਣਾ ਕਰਦੇ ਨੇ, ਕਹਿਣ ਲੱਗੇ 10ਵੀਂ ਦਹਦਸ ਹੋਏ ਆਨੰਦ। ਕਹਿਣ ਲੱਗੇ ਇਸ ਭਟਕਦੇ ਕੋਈ ਮਨ ਨੂੰ, ਭਟਕਦੇ ਕੋਈ ਮਨ ਨੂੰ ਆਨੰਦ ਮਿਲ ਸਕਦਾ ਹੈ, ਇਹ ਆਨੰਦ ਦੀ ਅਵਸਥਾ ਪ੍ਰਾਪਤ ਕਰ ਸਕਦਾ ਹੈ। ਛੂਟੈ ਭਰਮ ਮਿਲੈ ਗੋਬਿੰਦ। ਲੇਕਿਨ ਕਦੋਂ? ਜਦੋਂ ਇਸ ਮਨ ਦਾ ਭਰਮ ਛੁੱਟ ਜਾਵੇਗਾ, ਭਰਮ ਮੁੱਕ ਜਾਵੇਗਾ ਤੇ ਇਹਨੂੰ ਜਦੋਂ ਪ੍ਰਭੂ ਦੀ ਪ੍ਰਾਪਤੀ ਹੋਗੀ, ਪਰਮੇਸ਼ਰ ਦੀ ਪ੍ਰਾਪਤੀ ਹੋਗੀ, ਇਹਨੂੰ ਆਨੰਦ ਪ੍ਰਾਪਤ ਹੋ ਜਾਵੇਗਾ। ਜੋਤ ਸਰੂਪੀ ਦਾਤੇ ਅਨੂਪ। ਤੇ ਉਹ ਪਰਮੇਸ਼ਰ ਜਿਹੜਾ ਹੈ ਜੋਤ ਸਰੂਪੀ, ਉਹਤੇ ਜੋਤ ਸਰੂਪ ਹੈ, ਪ੍ਰਕਾਸ਼ ਸਰੂਪ ਹੈ, ਜੋਤ ਸਰੂਪੀ ਤਤ ਅਨੂਪ। ਕਹਿੰਦੇ ਨੇ ਉਹਤੇ ਮੂਲ ਹੈ ਜਗਤ ਦਾ।
ਜਗਤ ਦਾ ਮੂਲ ਕੈ ਜਗਤ ਦਾ ਮੁੱਢ ਕੈ ਜੋਤ ਸਰੂਪੀ ਪ੍ਰਕਾਸ਼ ਰੂਪ ਕੈ ਜਗਤ ਦਾ ਮੂਲ ਕੈ ਜੋਤ ਸਰੂਪੀ ਤਤ ਅਨੂਪ। ਇਹ ਅਨੂਪ ਤੋਂ ਭਾਵ ਕੈ ਉਪਮਾ ਤੋਂ ਰਹਿਤ, ਉਹਦੀ ਕੋਈ ਉਪਮਾ ਕਰ ਹੀ ਨਹੀਂ ਸਕਦਾ, ਉਹਦੀ ਉਪਮਾ ਬਿਆਨ ਹੀ ਨਹੀਂ ਹੋ ਸਕਦੀ। ਉਹ ਜਿਹੜਾ ਜੋਤ ਸਰੂਪ ਹੈ ਜਗਤ ਦਾ ਮੂਲ ਹੈ ਜਿਹਦੀ ਉਪਮਾ ਬਿਆਨ ਨਹੀਂ ਕੀਤੀ ਜਾ ਸਕਦੀ। ਅਮਲ ਨਾ ਮਲ ਨਾ ਸ਼ਾਨ ਨਹੀਂ ਧੂਪ, ਅਮਲ ਨਾ ਮਲ ਸ਼ਾਨ ਨਹੀਂ ਧੂਪ। ਫਿਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਉਹ ਮਲ ਤੋਂ ਰਹਿਤ ਹੈ, ਉਹ ਮਾਇਆ ਤੋਂ ਵਿਕਾਰਾਂ ਤੋਂ ਉਹ ਰਹਿਤ ਹੈ। ਵਿਕਾਰਾਂ ਦੀ ਮੈਲ ਪਰਮੇਸ਼ਰ ਨੂੰ ਨਹੀਂ ਲੱਗਦੀ ਹੈ। ਅਮਲ ਨਾ ਮਲ ਮੈਲ ਤੋਂ ਰਹਿਤ ਹੈ, ਮੈਲ ਤੋਂ ਉਹ ਪਰੇ ਹੈ। ਅਮਲ ਨਾ ਮਲ ਸ਼ਾਹ ਨਹੀਂ ਧੂਪ। ਸ਼ਾਹ ਤੋਂ ਭਾਵ ਹੈ ਛਾਇਆ। ਇੱਥੇ ਸ਼ਾਹ ਦਾ ਅਰਥ ਬਣਦਾ ਹੈ ਹਨੇਰਾ। ਕਹਿਣ ਲੱਗੇ ਨਾ ਉਹਦੇ ਅੰਦਰ ਅਗਿਆਨਤਾ ਦਾ ਹਨੇਰਾ ਹੈ, ਉਹਤੇ ਪ੍ਰਕਾਸ਼ ਸਰੂਪ ਹੈ। ਜਿਵੇਂ ਪਹਿਲਾ ਜੋਤ ਸਰੂਪ ਕਿਹਾ ਹੈ, ਇੱਥੇ ਛਾਇਆ ਤੋਂ ਭਾਵ ਹੈ ਪ੍ਰਕਾਸ਼ ਸਰੂਪ, ਉਹਤੇ ਪ੍ਰਕਾਸ਼ ਰੂਪ ਹੈ। ਅਮਲ ਨਾ ਮਲ ਛਾਵ ਨਹੀਂ ਧੂਪ। ਕਹਿਣ ਲੱਗੇ ਹਨੇਰਾ ਵੀ ਨਹੀਂ, ਉਹਤੇ ਪ੍ਰਕਾਸ਼ ਰੂਪ ਹੈ। ਦੂਸਰੀ ਗੱਲ ਕਹਿਣ ਲੱਗੇ ਛਾਵ ਨਹੀਂ ਧੂਪ। ਧੂਪ ਤੋਂ ਭਾਵ ਹੈ ਤਪਸ਼। ਤਪਸ਼ ਦਾ ਇੱਥੇ ਅਰਥ ਬਣਦਾ ਹੈ ਤ੍ਰਿਸ਼ਨਾ ਦੀ ਅੱਗ ਤੋਂ ਉਹ ਭਰੇਗਾ। ਮਾਇਆ ਵੀ ਉਹਦੇ ਉੱਪਰ ਪ੍ਰਭਾਵ ਨਹੀਂ ਪਾ ਸਕਦੀ, ਨਾ ਉਹਦੇ ਉੱਪਰ ਹਨੇਰਾ ਪ੍ਰਭਾਵ ਪਾ ਸਕਦਾ ਅਗਿਆਨਤਾ, ਤੇ ਨਾ ਉਹਦੇ ਉੱਪਰ ਜਿਹੜੀ ਮਾਇਆ ਉਹ ਪ੍ਰਭਾਵ ਪਾ ਸਕਦੀ ਹੈ। ਅਗਿਆਨਤਾ ਤੋਂ ਪਰੇ ਪ੍ਰਕਾਸ਼ ਰੂਪ ਹੈ, ਮਾਇਆ ਤੋਂ ਪਰੇ ਉਹ ਆਨੰਦ ਦਾ ਸਰੂਪ ਹੈ। ਮੈਲ ਵੀ ਉਹਨੂੰ ਨਹੀਂ ਲੱਗਦੀ ਹੈ। ਏਕਾਦਸ਼ੀ ਏਕ ਦਿਸਤਾ ਵੈ। ਅੱਗੇ ਫਿਰ 11ਵੀਂ ਤਿਥ ਰਾਗੀ ਇਹ ਸਮਝਾਣਾ ਕਰਦੇ ਨੇ। ਕਹਿ ਲਗੇ ਏਕਾਦਸ਼ੀ ਏਕ ਦਿਸਤਾ ਵੈ। ਕਹਿ ਲਗੇ ਇਕਾਦਸ਼ੀ, ਕਹਿ ਲਗੇ ਇਕਾਦਸ਼ੀ 11ਵੀਂ ਤਿਥ ਇਹ ਸਮਝਾ ਰਹੀ ਹੈ ਕਿ ਇੱਕ ਪਰਮੇਸ਼ਰ ਵੱਲ ਜਾ, ਇੱਕ ਪਰਮਾਤਮਾ ਦੇ ਚਰਨਾਂ ਨਾਲ ਜੁੜਨਾ ਕਰ। ਤਉ ਜੋਨੀ ਸੰਕਟ ਬਹੁਰ ਨ ਆਵੈ। ਜੇ ਇੱਕ ਪ੍ਰਭੂ ਦੇ ਚਰਨਾਂ ਨਾਲ ਜੁੜ ਜਾਵੇਗਾ ਫਿਰ ਇਹ ਵਾਰ-ਵਾਰ ਦੁਨੀਆ ਦੇ ਸੰਕਟ ਵਿੱਚ ਨਹੀਂ ਪੈਣ ਲੱਗਾ। ਸੀਤਲ ਨਿਰਮਲ ਭਇਆ ਸਰੀਰਾ। ਪਰਮੇਸ਼ਰ ਨਾਲ ਜੁੜਨ ਕਰਕੇ ਇਹ ਸੀਤਲ ਹੋ ਜਾਵੇਗਾ, ਇਹਦਾ ਮਨ ਠੰਡਾ ਠਾਰ ਹੋ ਜਾਵੇਗਾ, ਵਿਕਾਰਾਂ ਦੀ ਤਪਸ਼ ਤੋਂ ਇਹ ਬਚ ਜਾਵੇਗਾ। ਸੀਤਲ ਨਿਰਮਲ ਭਇਆ ਸਰੀਰਾ, ਮਨ ਬਿਲਕੁਲ ਨਿਰਮਲ ਹੋ ਜਾਵੇਗਾ। ਪਰਮੇਸ਼ਰ ਦੇ ਨਾਲ ਜੁੜ ਕਰਕੇ ਮਨ ਨਿਰਮਲ ਪਵਿੱਤਰ ਹੋ ਜਾਵੇਗਾ। ਇਹੋ ਜਿਹਾ ਮਨ ਨਿਰਮਲ ਹੋਵੇਗਾ ਜਿਹਨੂੰ ਗੰਗਾ ਦਾ ਪਾਣੀ ਵੀ ਨਿਰਮਲ ਨਹੀਂ ਕਰ ਸਕਦਾ। ਗੰਗਾ ਦਾ ਪਾਣੀ ਵੀ ਬੰਦੇ ਨੇ ਪਾਪਾਂ ਨੂੰ ਨਹੀਂ ਧੋ ਸਕਦਾ, ਲੇਕਿਨ ਪ੍ਰਭੂ ਦੇ ਨਾਮ ਨਾਲ ਜੁੜ ਕੇ ਇਹਦਾ ਮਨ ਪਵਿੱਤਰ ਹੋ ਸਕਦਾ ਹੈ। ਕਬੀਰ ਮਨ ਨਿਰਮਲ ਭਇਆ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਜਦੋਂ ਮੈਂ ਪ੍ਰਭੂ ਦੇ ਨਾਮ ਨਾਲ ਜੁੜਿਆ ਮੇਰਾ ਮਨ ਨਿਰਮਲ ਹੋ ਗਿਆ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛੋਂ ਲਾਗੋ ਕਰ ਫਿਰੈ। ਕਹਿਤ ਕਬੀਰ ਕਬੀਰ। ਪਹਿਲਾਂ ਮੈਂ ਪਰਮਾਤਮਾ ਨੂੰ ਲੱਭਦਾ ਸੀ ਕਿ ਰੱਬ ਕਿੱਥੇ ਹੈ, ਪਰਮੇਸ਼ਰ ਕਿੱਥੇ ਹੈ। ਤੇ ਜਦੋਂ ਮਨ ਨਿਰਮਲ ਹੋ ਗਿਆ, ਮਨ ਪਵਿੱਤਰ ਹੋ ਗਿਆ, ਹੁਣ ਮੈਨੂੰ ਪਰਮਾਤਮਾ ਲੱਭ ਰਿਹਾ ਵੀ ਕਬੀਰ ਕਿੱਥੇ ਹੈ, ਕਬੀਰ ਕਿੱਥੇ ਹੈ। ਇਸ ਕਰਕੇ ਸੀਤਲ ਨਿਰਮਲ ਭਇਆ ਸਰੀਰਾ। ਪ੍ਰਭੂ ਦੇ ਨਾਮ ਨਾਲ ਜੁੜ ਕੇ ਮਨ ਸੀਤਲ ਵੀ ਹੋ ਗਿਆ, ਨਿਰਮਲ ਵੀ ਹੋ ਗਿਆ। ਦੂਰ ਬਤਾਵਤ ਪਾਇਆ ਨੀਰਾ। ਤੇ ਜਿਸ ਪਰਮਾਤਮਾ ਨੂੰ ਦੂਰ ਦੱਸਿਆ ਗਿਆ ਵੀ ਰੱਬ ਤੇ ਬੜੀ ਦੂਰ ਹੈ, ਪਰਮਾਤਮਾ ਤੇ ਪਤਾ ਨਹੀਂ ਕਿੱਥੇ ਰਹਿੰਦਾ ਹੈ, ਪਤਾ ਨਹੀਂ ਸਤਵੇਂ ਆਕਾਸ਼ ਤੇ ਹੈ, ਰੱਬ ਦਾ ਤੇ ਪਤਾ ਨਹੀਂ ਹੈ ਹੀ ਨਹੀਂ ਹੈ। ਨਾਸਤਿਕ ਕਹਿੰਦੇ ਨੇ ਪਰਮਾਤਮਾ ਤੇ ਹੈ ਹੀ ਨਹੀਂ ਹੈ, ਲੇਕਿਨ ਭਗਤ ਕਬੀਰ ਸਾਹਿਬ ਜੀ ਕਹਿਣਗੇ ਦੂਰ ਬਤਾਵਤ। ਬੜਾ ਉਹਨੂੰ ਦੂਰ ਕਹਿੰਦੇ ਸਨ, ਕਈ ਤੇ ਨਾ ਹੀ ਕਰੀ ਜਾਂਦੇ ਸਨ। ਦੂਰ ਬਤਾਵਤ ਪਾਇਆ ਨੀਰਾ, ਬੜਾ ਉਹਨੂੰ ਨੇੜੇ ਪਾ ਲਿਆ। ਹੁਣ ਤੇ ਹਿਰਦੇ ਵਿੱਚ ਹੀ ਉਹਨੂੰ ਦੇਖ ਲਿਆ, ਹਿਰਦੇ ਵਿੱਚੋਂ ਅੰਦਰੋਂ ਹੀ ਉਹਨੂੰ ਪਾ ਲਿਆ ਹੈ। ਹੁਣ ਤੇ ਕੋਈ ਸਾਕੀ ਨਹੀਂ ਰਿਹਾ, ਹੁਣ ਤੇ ਕੋਈ ਭਰਮ ਹੀ ਨਹੀਂ ਰਿਹਾ ਹੈ। ਕਹਿ ਰਵਿਦਾਸ ਹੱਥ ਪੈ ਨੇੜੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਉਹ ਹੱਥ ਤੋਂ ਵੀ ਨੇੜੇ ਹੈ।
ਕਹਿ ਰਵਿਦਾਸ ਆਤ ਪੈ ਧੀਰੈ ਸਹਿਜੇ ਕੋਈ ਸੋ ਹੋਏ। ਉਸ ਪਰਮੇਸ਼ਰ ਦਾ ਉਹਦੀ ਕਿਰਪਾ ਮਿਹਰ ਸਦਕਾ ਗਿਆਨ ਹੋ ਗਿਆ, ਉਹਨੇ ਰਹਿਮਤ ਕਰ ਦਿੱਤੇ ਤੇ ਆਪਣਾ ਭੇਦ ਜਿਹੜਾ ਜਨਾ ਦਿੱਤਾ। ਇਹ ਵਿਚਾਰ ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੇ। ਭੁੱਲ ਚੁੱਕ ਦੇ ਖਿਮਾ, ਸੰਗਤ ਸਤਿਗੁਰ ਦੀ ਬਖਸ਼ਣ ਜੋਗ ਬਖਸ਼ ਲੈਣਾ। ਕਰੋ ਫਤਿਹ ਦੀ ਸਾਂਝ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕਿਓ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਨਾ ਪਾਇਆ ਸਹਿਜ ਸੇਤੀ। ਮਨ ਵਜੀ